Hello students, myself Rakesh Dalla, instructor Government ITI Mohali. Subject employability skills ਦਾ ਚੈਪਟਰ ਕੁਆਲਿਟੀ ਮੈਨੇਜਮੈਂਟ ਚੱਲਦਾ ਪਿਆ ਸੀ। ਉਹਦੇ ਚ ਅਸੀਂ ਟੌਪਿਕ ਡਿਸਕਸ ਕਰਦੇ ਪਏ ਸੀ ਕੁਆਲਿਟੀ ਪੈਰਾਮੀਟਰਸ। ਕੁਆਲਿਟੀ ਪੈਰਾਮੀਟਰਸ ਦੇ ਵਿੱਚ ਕੁਆਲਿਟੀ ਮੈਨੇਜਮੈਂਟ ਸਿਸਟਮ ਅਸੀਂ ਡਿਸਕਸ ਕਰਦੇ ਪਏ ਸੀਗੇ। ਉਹਦਾ ਪਾਰਟ 1 ਤੇ ਪਾਰਟ 2 ਕੁਆਲਿਟੀ ਮੈਨੇਜਮੈਂਟ ਸਿਸਟਮ ਦਾ ਅਸੀਂ ਡਿਸਕਸ ਕਰ ਲਿਆ ਸੀ। ਅੱਜ ਅਸੀਂ ਪਾਰਟ 3 ਡਿਸਕਸ ਕਰਨਾ ਉਹਦਾ। ਪਹਿਲਾਂ ਰੀਕਾਲ ਕਰ ਲਈਏ ਕਿ ਅਸੀਂ ਪਾਰਟ 1 ਦੇ ਵਿੱਚ ਕੀ ਡਿਸਕਸ ਕਰ ਲਿਆ ਸੀ। ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਪਰਪਸਿਸ, ਸਿਸਟਮ ਕੀ ਹੈ, ਪ੍ਰੋਸੈਸਿਸ, ਪ੍ਰੋਡਕਟ, ਐਪਲੀਕੇਸ਼ਨਸ, ਹਿਊਮਨ ਰਿਸੋਰਸਿਸ ਅਸੀਂ ਸਾਰਾ ਸਟੱਡੀ ਕਰ ਲਿਆ ਸੀ। ਪਾਰਟ 2 ਦੇ ਵਿੱਚ ਅਸੀਂ what is quality management, what is ISO, initiation of ISO, what is ISO 9001, history of ISO 9001 ਇਹ ਅਸੀਂ ਸਾਰਾ ਸਟੱਡੀ ਕਰ ਲਿਆ ਸੀਗਾ। ਕੁਆਲਿਟੀ ਮੈਨੇਜਮੈਂਟ ਸਿਸਟਮ ਦੀ ਡੈਫੀਨੇਸ਼ਨਸ ਅਸੀਂ ਡਿਸਕਸ ਕਰ ਲਈਆਂ ਸੀਗੀਆਂ। ਇਹਦੇ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਫੀਚਰਸ ਡਿਸਕਸ ਕਰ ਲਏ ਸੀਗੇ। ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਹਾਊ, ਹੂ, ਵੈਨ ਐਂਡ ਵੇਅਰ ਨੂੰ ਅਸੀਂ ਡਿਟੇਲ ਚ ਡਿਸਕਸ ਕਰ ਲਿਆ ਸੀ। ਉਸ ਤੋਂ ਬਾਅਦ ਅਸੀਂ ਵੇਰੀਅਸ ਟਰਮਸ ISO ਦੀਆਂ ਡਿਸਕਸ ਕਰ ਲਈਆਂ ਸੀਗੀਆਂ। ਇਨੀਸ਼ੀਏਸ਼ਨ ਆਫ ISO, ਹਿਸਟਰੀ ਆਫ ISO ਅਸੀਂ ਡਿਸਕਸ ਕਰ ਲਿਆ ਸੀ। ISO 9001 ਕੀ ਹੁੰਦਾ ਇਹਨੂੰ ਵੀ ਡਿਟੇਲ ਚ ਅਸੀਂ ਡਿਸਕਸ ਕਰ ਚੁੱਕੇ ਹਾਂ। ਹੁਣ ਅਸੀਂ ਕੰਟੀਨਿਊ ਕਰਨਾ ਪਾਰਟ 3 ਦੇ ਵਿੱਚ। ਪਾਰਟ 1 ਐਂਡ ਪਾਰਟ 2 ਸਾਡਾ ਫਿਨਿਸ਼ ਹੋ ਗਿਆ। ਪਾਰਟ 3 ਅਸੀਂ ਅੱਜ ਡਿਸਕਸ ਕਰਨ ਲੱਗੇ ਹਾਂ। ਇਹਦੇ ਵਿੱਚ ਹੈਗਾ ISO 9000 ਜਿਹੜਾ ਹੈ ਉਹਦੀ ਫੈਮਿਲੀ ਡਿਸਕਸ ਕਰਨੀ ਹੈ। ਇਹਦੇ ਵਿੱਚ ਅਲੱਗ-ਅਲੱਗ ਉਹਦੇ ਸਟੈਪਸ ਨੇ, ਉਹਨੂੰ ਡਿਟੇਲ ਨਾਲ ਡਿਸਕਸ ਕਰਾਂਗੇ। ਜਦੋਂ ਵੀ ਕਿਸੇ ਆਰਗੇਨਾਈਜੇਸ਼ਨ ਨੇ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਅੰਡਰ ਕੰਮ ਕਰਨਾ ਆ, ਜਿਹੜੀ ISO ਹੈਗੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ, ਉੱਥੋਂ ਉਹਨਾਂ ਨੇ ਸਰਟੀਫਿਕੇਸ਼ਨਸ ਲੈਣੀਆਂ ਨੇ ਆਪਣੀਆਂ। ਉਹ ਸਰਟੀਫਿਕੇਸ਼ਨਸ ਨੂੰ ਆਪਾਂ ਡਿਟੇਲ ਨਾਲ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ISO 9000 ਕੀ ਹੈਗਾ। ISO 9000 ਜਿਹੜਾ ਹੈਗਾ ਆ, ਇਟ ਇਜ਼ ਬੇਸਿਕਲੀ ਦੀ ਮੈਨੂਅਲ ਆਫ ਦੀ ਕੁਆਲਿਟੀ ਮੈਨੇਜਮੈਂਟ ਪ੍ਰਿੰਸੀਪਲਸ। ਸਾਰੇ ਫੰਡਾਮੈਂਟਲਸ ਇਹਦੇ ਚ ਲਿਖੇ ਹੋਏ ਨੇ, ਸਾਰੇ ਸਟੈਂਡਰਡਸ ਦੇ ਫੰਡਾਮੈਂਟਲ ਇਹ ਚ ਡਿਟੇਲ ਨਾਲ ਦੱਸੇ ਹੋਏ ਨੇ ISO 9000 ਦੇ ਵਿੱਚ। ਇਹ ਇੱਕ ਤਰ੍ਹਾਂ ਦਾ ਕੁਆਲਿਟੀ ਮੈਨੇਜਮੈਂਟ ਮੈਨੂਅਲ ਹੈਗਾ ਆ ISO ਦਾ। ਦੈਨ ਇਜ਼ ਸਰਟੀਫਿਕੇਸ਼ਨਸ ਕਿਹੜੀਆਂ ਹੈਗੀਆਂ। ਸਭ ਤੋਂ ਪਹਿਲਾਂ ISO 9001, ISO 9002, ISO 9003। ਜਿਹੜੀ ਆਰਗੇਨਾਈਜੇਸ਼ਨ ਕਿਸੇ ਪ੍ਰੋਡਕਟ ਨੂੰ ਖੁਦ ਡਿਜ਼ਾਈਨ ਕਰਦੀ ਪਈ ਆ, ਮੈਨੂਫੈਕਚਰ ਕਰਦੀ ਪਈ ਆ, ਕਮਿਸ਼ਨ ਕਰ ਰਹੀ ਆ ਔਰ ਉਹਦੀ ਆਫਟਰ ਸੇਲ ਸਰਵਿਸ ਦੇ ਰਹੀ ਆ, ਉਹ ਸਰਟੀਫਿਕੇਸ਼ਨ ਲੈਣਗੇ ISO 9001 ਦਾ। ਮੀਨਸ ਇਹਦੇ ਚ ਇੱਕ ਸਪੈਸ਼ਲ ਫੀਚਰ ਹੋ ਗਿਆ ਡਿਜ਼ਾਈਨ। ਕੋਈ ਆਰਗੇਨਾਈਜੇਸ਼ਨ ਚਾਹੇ ਮੈਨੂਫੈਕਚਰਿੰਗ ਨਾ ਵੀ ਕਰੇ, ਕਮਿਸ਼ਨਿੰਗ ਨਾ ਵੀ ਕਰੇ, ਆਫਟਰ ਸੇਲ ਸਰਵਿਸ ਨਾ ਵੀ ਕਰੇ, ਸਿਰਫ ਕਿਸੇ ਪ੍ਰੋਡਕਟ ਨੂੰ ਜੇ ਉਹ ਡਿਜ਼ਾਈਨ ਹੀ ਕਰਦੇ ਪਈ ਆ ਤੇ ਤਾਂ ਵੀ ਉਹ ISO 9001 ਹੀ ਸਰਟੀਫਿਕੇਸ਼ਨ ਲਏਗੀ। ਸੋ ਡਿਜ਼ਾਈਨ, ਮੈਨੂਫੈਕਚਰ, ਕਮਿਸ਼ਨਿੰਗ, ਸਰਵਿਸ, ਆਫਟਰ ਸੇਲਸ ਜਿਹਦੇ ਵਿੱਚ ਇਨਕਲੂਡ ਹੈਗਾ ਆ, ਦੈਟ ਇਜ਼ ISO 9001 ਸਰਟੀਫਿਕੇਸ਼ਨ। ਡਿਜ਼ਾਈਨ ਇਹਦੇ ਵਿੱਚ ਸਪੈਸ਼ਲ ਫੀਚਰ ਹੈਗਾ। ਦੈਨ ਇਜ਼ ISO 9002। ਜਿਹੜੀ ਕੰਪਨੀ ਕਿਸੇ ਪ੍ਰੋਡਕਟ ਨੂੰ ਖੁਦ ਮੈਨੂਫੈਕਚਰ ਕਰਦੀ ਪਈ ਆ, ਉਸ ਪ੍ਰੋਡਕਟ ਦੀ ਕਮਿਸ਼ਨਿੰਗ ਐਂਡ ਆਫਟਰ ਸੇਲ ਸਰਵਿਸ ਵੀ ਖੁਦ ਕਰਦੀ ਪਈ ਆ। ਮੀਨਸ ISO 9002 ਦੇ ਵਿੱਚ ਡਿਜ਼ਾਈਨ ਫੀਚਰ ਨਹੀਂ ਹੈਗਾ, ਮੈਨੂਫੈਕਚਰਿੰਗ ਤੋਂ ਸਟਾਰਟ ਹੁੰਦਾ। ਸੋ ਇਹਦੇ ਵਿੱਚ ਡਿਜ਼ਾਈਨ ਜਿਹੜੀ ਕੰਪਨੀ ਨਹੀਂ ਕਰਦੀ ਪਈ ਪਰ ਪ੍ਰੋਡਕਟ ਨੂੰ ਮੈਨੂਫੈਕਚਰ ਖੁਦ ਕਰਦੀ ਪਈ ਆ, ਉਹਦੀ ਅੱਗੇ ਜਾ ਕੇ ਕਮਿਸ਼ਨਿੰਗ ਕਰਦੇ ਪਏ ਆ, ਸੇਲਸ ਐਂਡ ਸਰਵਿਸਿਜ਼ ਜਿਹੜੀਆਂ ਆਪ ਦਿੰਦੇ ਪਏ ਆ, ਉਹ ISO 9002 ਲਏਗੀ। ਦੈਨ ਇਜ਼ ISO 9003। ਜਿਹੜੀ ਕੰਪਨੀ ਨੇ ਸਿਰਫ ਪ੍ਰੋਡਕਟ ਦੀ ਇਨਸਪੈਕਸ਼ਨ ਐਂਡ ਟੈਸਟਿੰਗ ਦਾ ਕੰਮ ਕਰਨਾ ਹੈ, ਉਹ ISO 9003 ਲਏਗੀ। ਮੀਨਸ ਇਹਦੇ ਵਿੱਚ ਮੈਨੂਫੈਕਚਰ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹ ਤਿੰਨ ਤਰ੍ਹਾਂ ਦੀ ਸਰਟੀਫਿਕੇਸ਼ਨਸ ਨੂੰ ਅਸੀਂ ਡਿਸਕਸ ਕੀਤਾ। ਫਸਟ ਨੰਬਰ ਤੇ ਸੀ ISO 9001, ਜਿਹੜੀ ਕੰਪਨੀ ਡਿਜ਼ਾਈਨ ਕਰਦੀ ਪਈ ਆ। ਡਿਜ਼ਾਈਨ ਮੇਨ ਫੀਚਰ ਹੈਗਾ, ਮੈਨੂਫੈਕਚਰ ਕਰੇ, ਕਮਿਸ਼ਨਿੰਗ ਕਰੇ ਜਾਂ ਨਾ ਕਰੇ, ਆਫਟਰ ਸੇਲ ਸਰਵਿਸ ਦਵੇ ਨਾ ਦਵੇ, ਇਹ ਮੈਂਡੇਟਰੀ ਨਹੀਂ ਹੈਗਾ, ਬਟ ਡਿਜ਼ਾਈਨ ਮੈਂਡੇਟਰੀ ਹੈਗਾ। ਜਿਹੜੀ ਕੰਪਨੀ ਡਿਜ਼ਾਈਨ ਕਰਦੀ ਪਈ ISO 9001 ਲਏਗੀ। ਜਿਹੜੀ ਕੰਪਨੀ ਕੰਪੋਨੈਂਟ ਨੂੰ ਮੈਨੂਫੈਕਚਰ ਕਰਦੀ ਪਈ ਆ, ਕਮਿਸ਼ਨਿੰਗ ਕਰਦੀ ਪਈ ਆ,
आफ्टर सेल सर्विस करदी पई है, पर मैन्युफैक्चर जिहड़ा है वो स्पैशल फीचर इहदे च आ गया, वो ISO 9002 लएगा। जिहड़ी कंपनी इंस्पैक्शन एंड टेस्टिंग करदी पई है, वो ISO 9003 सर्टिफिकेशन लएगी। इहदे च डिजाइन एंड मैन्युफैक्चरिंग जरूरी नहीं है। सो देन इज ISO 9004। ISO 9004 की हैगा, इट इज बेसिकली द गाइडलाइंस। ਇਹ ਸਾਰੀਆਂ ISO ਦੀਆਂ ਗਾਈਡਲਾਈਨਸ ਆ ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਇੰਪਰੂਵਮੈਂਟ ਕਰਨੀ ਆ ਔਰ ਸੁਸਟੇਨੇਬਲ ਸਕਸੈਸ ਕਿਹੜੇ ਤਰੀਕੇ ਨਾਲ ਗੇਨ ਕਰਨੀ ਆ। ਇੱਕ ਤਰ੍ਹਾਂ ਦਾ ਇਹ ਵੀ ਜਿਹੜਾ ਹੈ ਗਾਈਡਲਾਈਨਸ ਨੇ ISO 9004। ਸੋ ISO 9000 ਜਿਹੜਾ ਹੈਗਾ ਦੈਟ ਇਜ਼ ਬੇਸਿਕਲੀ ਦੀ ਕੁਆਲਿਟੀ ਮੈਨੇਜਮੈਂਟ ਸਿਸਟਮ ਦਾ ਮੈਨੂਅਲ ਹੈਗਾ ਆ, ਸਟੈਂਡਰਡਸ ਦਾ ਮੈਨੂਅਲ ਹੈਗਾ ਆ। ISO 9001 2 and 3 certifications are। ISO 9004 ਜਿਹੜਾ ਹੈਗਾ ਆ that are guidelines how to get the certification or which type of certification ਜਿਹੜਾ ਆ ਉਹ ਕੰਪਨੀ ਨੇ ਲੈਣਾ ਆ sustainable success ਕਰਨ ਦੇ ਲਈ। ਸੋ ਇਹ ਡਿਟੇਲ ਦੇ ਵਿੱਚ ਅਸੀਂ ISO 9000 ਦੀ ਫੈਮਿਲੀ ਨੂੰ ਸੀਰੀਜ਼ ਨੂੰ ਡਿਸਕਸ ਕਰ ਲਿਆ। ਹੁਣ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ 8 ਮੈਨੇਜਮੈਂਟ ਪ੍ਰਿੰਸੀਪਲਸ ਨੇ ਜਿਹਦੇ ਉੱਤੇ ਕਿਸੇ ਵੀ ਆਰਗੇਨਾਈਜੇਸ਼ਨ ਨੇ ਫੋਕਸ ਕਰਨਾ ਹੁੰਦਾ ਆ। ਸੋ ਇਹ ਸਿਧਾਂਤ ਨੇ ਮੈਨੇਜਮੈਂਟ ਦੇ। ਫਸਟ ਇਜ਼ ਕਸਟਮਰ ਫੋਕਸ, ਦੈਨ ਇਜ਼ ਲੀਡਰਸ਼ਿਪ, ਇਨਵੋਲਵਮੈਂਟ ਆਫ ਪੀਪਲ। ਕਸਟਮਰ ਨੂੰ ਫੋਕਸ ਕਰਨਾ, ਲੀਡਰਸ਼ਿਪ ਹੋਣੀ ਚਾਹੀਦੀ ਮਾਰਕੀਟ ਦੇ ਵਿੱਚ, ਸਾਰੇ ਇਨਵੋਲਵਮੈਂਟ ਆਫ ਪੀਪਲ ਮੀਨਸ ਇੰਪਲੋਈ ਇਨਵੋਲਵਮੈਂਟ ਹੋਣੀ ਚਾਹੀਦੀ ਹੈ, ਪ੍ਰੋਸੈਸ ਅਪਰੋਚ ਹੋਣੀ ਚਾਹੀਦੀ ਹੈ, ਸਿਸਟਮ ਅਪਰੋਚ ਟੂ ਮੈਨੇਜਮੈਂਟ, ਕੰਟੀਨਿਊਅਲ ਇੰਪਰੂਵਮੈਂਟ, ਫੈਕਚੁਅਲ ਅਪਰੋਚ ਟੂ ਡਿਸੀਜਨ ਮੇਕਿੰਗ, ਮਿਊਚੁਅਲ ਬੈਨੀਫੀਸ਼ੀਅਲ ਸਪਲਾਇਰ ਰਿਲੇਸ਼ਨਸ਼ਿਪ। ਇਹ ਸਰ ਜਿਹੜੇ ਹੈਗੇ ਆ ਮੈਨੇਜਮੈਂਟ ਪ੍ਰਿੰਸੀਪਲਸ ਨੇ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ। ਹੁਣ ਅਸੀਂ ਡਿਸਕਸ ਕਰਨਾ ਆ ਹਿਰਾਰਕੀ ਇਨ ISO 9001। ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ? ਵਨ ਇਜ਼ ਕੁਆਲਿਟੀ ਮੈਨੂਅਲ, ਕੁਆਲਿਟੀ ਸਿਸਟਮ ਐਂਡ ਪ੍ਰੋਸੀਜਰਸ, ਰਿਕਾਰਡਸ, ਫਾਰਮਸ ਐਂਡ ਫਾਰਮੈਟਸ। ਕਿਸੇ ਵੀ ਆਰਗੇਨਾਈਜੇਸ਼ਨ ਨੇ ਜਦੋਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਕੰਮ ਕਰਨਾ, ISO ਦੀ ਗਾਈਡਲਾਈਨਸ ਤੇ ਕੰਮ ਕਰਨਾ, ਉਹ ਆਪਣਾ ਕੁਆਲਿਟੀ ਮੈਨੂਅਲ ਤਿਆਰ ਕਰਨਗੇ। ਕੁਆਲਿਟੀ ਮੈਨੂਅਲ ਕੀ ਹੈਗਾ? ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਰਿਕਾਰਡਸ ਅਸੀਂ ਲਗਾਣੇ ਆ, ਹਰ ਤਰ੍ਹਾਂ ਦੇ ਪ੍ਰੋਸੀਜਰ ਅਸੀਂ ਲਗਾਣੇ ਆ, ਕੁਆਲਿਟੀ ਪਾਲਿਸੀ ਬਣੇਗੀ, ਤਿਆਰ ਹੋਏਗੀ। ਦੈਨ ਕੁਆਲਿਟੀ ਸਿਸਟਮ ਦੇ ਸਾਰੇ ਤਰ੍ਹਾਂ ਦੇ ਪ੍ਰੋਸੀਜਰ, ਕੰਮ ਕਰਨ ਦੇ ਤਰੀਕੇ ਕੀ ਆ, ਪ੍ਰੋਸੈਸਿਸ ਕਿਹੜੀਆਂ ਅਡਾਪਟ ਕਰਨੀਆਂ ਆ, ਕੀ ਵਰਕ ਦੀ ਸੀਕੁਐਂਸ ਹੋਣੀ ਚਾਹੀਦੀ ਆ, ਕੀ ਡਿਸੀਜਨ ਮੇਕਿੰਗਸ ਨੇ, ਕੌਣ ਆਥੋਰਾਈਜ਼ਡ ਆ, ਇਹ ਸਾਰਾ ਜਿਹੜਾ ਹੈਗਾ ਹੈ ਕੁਆਲਿਟੀ ਸਿਸਟਮ ਪ੍ਰੋਸੀਜਰਸ ਦੇ ਵਿੱਚ ਆ ਜਾਏਗਾ। ਰਿਕਾਰਡਸ ਕਿਹੜੇ ਕਿਹੜੇ ਮੇਨਟੇਨ ਕਰਨੇ ਆ, ਫਾਰਮ ਕਿਹੜੇ ਕਿਹੜੇ ਮੇਨਟੇਨ ਕਰਨੇ ਆ, ਔਰ ਕਿਹੜੇ ਕਿਹੜੇ ਫਾਰਮੈਟਸ ਮੇਨਟੇਨ ਕਰਨੇ ਆ, ਇਹ ਸਾਰਾ ਸਿਸਟਮ ਮੇਨਟੇਨ ਹੋਏਗਾ। ਔਰ ਇਹਨਾਂ ਦੇ ਸਾਰੇ ਜਿਹੜੇ ਡਰਾਫਟ ਹੈਗੇ ਆ, ਜਿਹਨਾਂ ਸਾਰਿਆਂ ਇਹਨਾਂ ਦੀਆਂ ਮਾਸਟਰ ਕਾਪੀਜ਼ ਨੇ, ਉਹ ਕੁਆਲਿਟੀ ਮੈਨੂਅਲ ਬੁੱਕ ਦੇ ਵਿੱਚ ਲੱਗੇਗਾ, ਤਾਂ ਜੋ ਜਦੋਂ ਵੀ ਜ਼ਰੂਰਤ ਹੁੰਦੀ ਹੈ ਸਾਨੂੰ, ਉਹ ਅਸੀਂ ਕੋਈ ਵੀ ਰਿਕਾਰਡ ਦੀ ਜ਼ਰੂਰਤ ਆ, ਕੋਈ ਵੀ ਫਾਰਮ ਦੀ ਜ਼ਰੂਰਤ ਆ, ਫਾਰਮੈਟ ਦੀ ਜ਼ਰੂਰਤ ਆ, ਅਸੀਂ ਕੁਆਲਿਟੀ ਮੈਨੂਅਲ ਖੋਲ ਕੇ ਉਸ ਆਰਗੇਨਾਈਜੇਸ਼ਨ ਦਾ ਉਹ ਫਾਰਮੈਟ, ਫਾਰਮ ਜਾਂ ਰਿਕਾਰਡ ਚੈੱਕ ਕਰਾਂਗੇ ਕਿ ਕਿਸ ਤਰ੍ਹਾਂ ਦਾ ਡਰਾਫਟ ਅਸੀਂ ਹਮੇਸ਼ਾ ਲਈ ਤਿਆਰ ਕਰਨਾ। ਸੋ ਇਹ ਹੀਰਾਰਕੀ ਹੈਗਾ ਕੁਆਲਿਟੀ ਮੈਨੇਜਮੈਂਟ ਸਿਸਟਮ ਦਾ, ਦੈਟ ਇਜ਼ ਕੁਆਲਿਟੀ ਮੈਨੂਅਲ, ਕੁਆਲਿਟੀ ਸਿਸਟਮ ਪ੍ਰੋਸੀਜਰਸ, ਵਰਕ ਇੰਸਟਰਕਸ਼ਨਸ ਕੀ ਹੈਗੀਆਂ, ਰਿਕਾਰਡਸ, ਫਾਰਮਸ ਐਂਡ ਫਾਰਮੈਟਸ। ਹੁਣ ਜਿਹੜੀ ਕੰਪਨੀ ਨੇ ISO ਲੈ ਲਿਆ, ਉਹਦੇ ਬੈਨੀਫਿਟਸ ਕੀ ਨੇ? It establishes standard operating system, greater customer satisfaction। ਕਿਉਂ ਹੋਏਗੀ? ਕਿਉਂਕਿ ਕਸਟਮਰ ਜਿਹੜਾ ਵੀ ਬਾਏ ਕਰੇਗਾ ਸਮਾਨ, ਜਿਹੜਾ ਵੀ ਉੱਥੋਂ ਖਰੀਦੇਗਾ ਕੰਪਨੀ ਨੂੰ, ਉਹਨੂੰ ਪਤਾ ਆ ਕਿ ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਸਿਸਟਮ ਦੇ ਵਿੱਚ ਕੰਮ ਕਰਦੀ ਪਈ ਆ, ਇਹਦੇ ਕੋਲ ਕੁਆਲਿਟੀ ਆਪਣੇ ਆਪ ਹੀ ਮੇਨਟੇਨ ਹੋਏਗੀ, ਇਹ ਰਿਲਾਇਬਲ ਕੰਪਨੀ ਹੈਗੀ ਹੈ ਜੇ ਉਹਦੇ ਕੋਲ ISO ਦੀ ਸਰਟੀਫਿਕੇਸ਼ਨ ਹੈਗੀ। Empower employees, improve communication and cooperation within an organization, ਕਿਉਂਕਿ ਸਾਰੇ ਪ੍ਰੋਸੀਜਰਸ ਅਸੀਂ ਸੈੱਟ ਕਰ ਲਏ। ਇਨਵਾਇਰਨਮੈਂਟ ਕੰਪਨੀ ਦਾ ਜਿਹੜਾ ਹੈਗਾ ਹੈਲਦੀ ਹੋ ਗਿਆ, ਇਸ ਕਰਕੇ ਕਮਿਊਨੀਕੇਸ਼ਨ ਇੰਪਰੂਵ ਹੋਏਗੀ, ਕੋਆਪਰੇਸ਼ਨ ਵਿਦਨ ਐਨ ਆਰਗੇਨਾਈਜੇਸ਼ਨ ਹੋਏਗੀ। Provide high degree of assurance regarding the organizational quality management system. It reduces the organization's dependence on few individuals। ਇਹ ਬੜਾ important point ਹੈਗਾ ਆ। ਇਹ ਕੀ ਕਹਿ ਰਿਹਾ? It reduces the organization's dependence on few individuals।
ਮੀਨਸ ਇਹ ਕਿਸੇ ਵੀ ਤਰ੍ਹਾਂ ਦੀ ਮੋਨੋਪਲੀ ਜਿਹੜੀ ਪੀਪਲ ਦੀ ਹੈਗੀ, ਲੋਕਾਂ ਦੀ ਹੈਗੀ, ਉਹ ਖਤਮ ਕਰਦਾ। ਕਿਵੇਂ? ਕਿਉਂਕਿ ਆਪਾਂ ਇੱਕ ਸੈੱਟ ਪ੍ਰੋਸੀਜਰਸ ਬਣਾ ਲਏ, ਡਿਫਾਈਨ ਕਰ ਦਿੱਤੇ ਪ੍ਰੋਸੀਜਰ ਕਿ ਕਿਹੜੇ ਕੰਮ ਨੂੰ ਕਿਹੜੇ ਤਰੀਕੇ ਨਾਲ ਕੀਤਾ ਜਾਣਾ, ਔਰ ਉਹਨੂੰ ਕਿਹੜੇ ਰਿਕਾਰਡ ਦੇ ਵਿੱਚ ਲੈ ਕੇ ਆਣਾ, ਕਿਹੜਾ ਫਾਰਮੈਟ ਅਸੀਂ ਅਡਾਪਟ ਕਰਨਾ ਹੈਗਾ, ਪ੍ਰੋਡਕਟ ਦੀ ਟ੍ਰੇਸੇਬਿਲਟੀ ਕੀ ਆ, ਕਿੱਥੇ ਪ੍ਰੋਡਕਟ ਪਿਆ ਹੋਇਆ, ਆਇਡੈਂਟੀਫਾਈ ਕਿਹੜੇ ਤਰੀਕੇ ਨਾਲ ਕਰਨਾ, ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਹੁਣ ਹੁੰਦਾ ਕੀ ਆ ਆਰਗੇਨਾਈਜੇਸ਼ਨ ਦੇ ਵਿੱਚ, ਕੋਈ ਛੁੱਟੀ ਤੇ ਚਲੇ ਗਿਆ ਲੰਬੀ ਤੇ, ਜਾਂ ਉਹਦੇ ਕੋਲ ਬਾਈ ਚਾਂਸ ਆਇਆ ਨਹੀਂ ਗਿਆ, ਤੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਅੱਜ ਇਹ ਕੰਮ ਨਹੀਂ ਹੋ ਸਕਦਾ ਜੀ, ਉਹ ਵਾਲਾ ਆਫੀਸਰ ਜਾਂ ਉਹ ਵਰਕਰ ਤਾਂ ਆਇਆ ਨਹੀਂ ਹੈਗਾ। ਹੁਣ ਅਸੀਂ ਸਾਰੇ ਪ੍ਰੋਸੀਜਰ ਸੈੱਟ ਕੀਤੇ ਹੋਏ ਆ, ਸਾਰੇ ਮੈਨੂਅਲ ਸੈੱਟ ਕੀਤੇ ਹੋਏ ਆ, ਸਾਰੇ ਰਿਕਾਰਡਸ ਐਂਡ ਫਾਰਮੈਟਸ ਸਾਡੇ ਕੋਲ ਰੈਡੀ ਨੇ, ਆਇਡੈਂਟੀਫਿਕੇਸ਼ਨ ਆਫ ਪ੍ਰੋਡਕਟਸ ਹੈਗੀ ਆ, ਟ੍ਰੇਸੇਬਿਲਟੀ ਆਫ ਪ੍ਰੋਡਕਟਸ ਹੈਗੀ ਆ, ਤੇ ਇਹਦੇ ਨਾਲ ਕੀ ਹੈਗਾ, ਕਿਸੇ ਦੇ ਉੱਤੇ ਕੋਈ ਵੀ ਡਿਪੈਂਡੈਂਟ ਨਹੀਂ ਹੋਏਗਾ। ਮੀਨਸ ਕੋਈ ਛੁੱਟੀ ਚਲੇ ਜਾਂਦਾ ਜਾਂ ਨਹੀਂ ਆਉਂਦਾ ਹੈਗਾ ਤੇ ਉਹਦੀ ਮੋਨੋਪਲੀ ਕੋਈ ਨਹੀਂ ਹੈ, ਦੂਸਰਾ ਇੰਡੀਵਿਜੂਅਲ ਉਹਨੂੰ ਕੰਮ ਨੂੰ ਕਰ ਸਕਦਾ, ਕਿਉਂਕਿ ਸਭ ਕੁਝ ਰਿਟਨ ਦੇ ਵਿੱਚ ਆਰਗੇਨਾਈਜੇਸ਼ਨ ਦੇ ਵਿੱਚ ਆਲਰੇਡੀ ਪਿਆ ਹੋਇਆ। enables the organization to shift from reactive mode of operation, performing corrective actions to proactive mode। ਇਹ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਆ। ਕੰਪਨੀ ਦੇ ਵਿੱਚ ਜਿਹੜੇ ਰਿਐਕਟਿਵ ਮੋਡ ਆਫ ਆਪਰੇਸ਼ਨਸ ਹੈ, ਮੀਨਸ ਪਰਫਾਰਮਿੰਗ ਕਰੈਕਟਿਵ ਐਕਸ਼ਨਸ, ਕੋਈ ਪ੍ਰੋਬਲਮ ਆ ਗਈ, ਉਹਨਾਂ ਨੂੰ ਕਰੈਕਟ ਕਰ ਦਿੱਤਾ, ਮਸ਼ੀਨ ਨੂੰ ਚਲਾਤਾ, ਜਾਂ ਆਪਾਂ ਪ੍ਰੋਸੈਸ ਨੂੰ ਕੰਟੀਨਿਊ ਕਰ ਦਿੱਤਾ। ਇੱਕ ਹੈਗਾ ਪ੍ਰੋਐਕਟਿਵ ਮੋਡਸ। ਪ੍ਰੋਐਕਟਿਵ ਮੋਡਸ ਹੁੰਦੇ ਆ ਪਰਫਾਰਮਿੰਗ ਪ੍ਰੀਵੈਂਟਿਵ ਐਕਸ਼ਨਸ। ਕੋਈ ਪ੍ਰੋਬਲਮ ਆਈ, ਉਹਨੂੰ ਹਮੇਸ਼ਾ ਦੇ ਲਈ ਪ੍ਰੀਵੈਂਟ ਕਰ ਦੇਣਾ, ਉਹਦਾ ਰੂਟ ਕਾਜ਼ ਫਾਈਂਡ ਆਊਟ ਕਰਕੇ ਉਹਨੂੰ ਪ੍ਰੀਵੈਂਟ ਕਰ ਦੇਣਾ, ਤਾਂ ਜੋ ਉਹ ਪ੍ਰੋਬਲਮ ਦੁਬਾਰਾ ਆਵੇ ਹੀ ਨਾ। ਜੇ ਅਸੀਂ ISO ਦੇ ਵਿੱਚ ਕੰਮ ਕਰਦੇ ਪਏ ਆ, ਤਾਂ ਰੀਐਕਟਿਵ ਮੋਡ ਤੋਂ ਅਸੀਂ ਪ੍ਰੋਐਕਟਿਵ ਮੋਡ ਦੇ ਵਿੱਚ ਆ ਜਾਂਦੇ ਆ। ਹੁਣ ਕੀ ਹੈਗਾ ਰਿਐਕਟਿਵ ਮੋਡ? ਕੋਈ ਪ੍ਰੋਬਲਮ ਆ ਗਈ, ਉਹਨੂੰ ਕਰੈਕਟ ਕੀਤਾ, ਪ੍ਰੋਸੈਸ ਨੂੰ ਦੁਬਾਰਾ ਚਲਾਤਾ। ਪ੍ਰੋਐਕਟਿਵ ਮੋਡ ਕੀ ਹੈਗਾ ਕਿ ਕੋਈ ਪ੍ਰੋਬਲਮ ਆ ਗਈ ਤੇ ਉਹਨੂੰ ਪਰਮਾਨੈਂਟਲੀ ਆਪਾਂ ਰੈਕਟੀਫਾਈਡ ਕਰਤਾ, ਉਹਨੂੰ ਪ੍ਰੀਵੈਂਟ ਕਰਤਾ, ਅੱਗੇ ਤੋਂ ਉਹ ਪ੍ਰੋਬਲਮ ਹੀ ਨਹੀਂ ਆਏਗੀ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। It drives the organization to zero defect to achieve business excellence। ਜ਼ੀਰੋ ਡਿਫੈਕਟ ਆਰਗੇਨਾਈਜੇਸ਼ਨ, ਜਿਹਦੇ ਵਿੱਚ ਕੋਈ ਡਿਫੈਕਟ ਨਾ ਹੋਵੇ, ਇਦਾਂ ਦੀ ਆਰਗੇਨਾਈਜੇਸ਼ਨ ਤਿਆਰ ਹੋ ਗਈ ਔਰ ਬਿਜ਼ਨਸ ਐਕਸੀਲੈਂਸ ਹੋ ਜਾਏਗਾ। ਸੋ ਇਹ ਸਾਰੇ ISO ਦੇ ਬੈਨੀਫਿਟਸ ਨੇ। ਜਿਹੜੀ ਵੀ ਆਰਗੇਨਾਈਜੇਸ਼ਨ ਨੇ ISO ਸਰਟੀਫਿਕੇਸ਼ਨ ਲੈਣੀ ਆ, ਉਹ ਸਰਟੀਫਿਕੇਸ਼ਨ ਦੇ ਲਈ ਅਪਲਾਈ ਕਰੇਗਾ। ਆਪਣੇ ਮੈਂ ਪਹਿਲਾਂ ਹੀ ਦੱਸਿਆ, ਕੁਆਲਿਟੀ ਪਾਲਿਸੀ ਤਿਆਰ ਹੋਏਗੀ, ਕੁਆਲਿਟੀ ਮੈਨੂਅਲਸ ਤਿਆਰ ਹੋਣਗੇ, ਉਹਦੇ ਫਾਰਮੈਟਸ ਤਿਆਰ ਹੋਣਗੇ, ਉਹਦੇ ਆਬਜੈਕਟਿਵਸ ਤਿਆਰ ਕਰੂਗੀ ਕੰਪਨੀ ਆਪ, ਔਰ ਜੋ ਕਹੇਗੀ ਉਹਦੇ ਮੁਤਾਬਕ ਹੀ ਕੰਪਨੀ ਉਹ ਕੰਮ ਕਰੇਗੀ। ਔਰ ਇਹਦੀ ਸਰਟੀਫਿਕੇਸ਼ਨ ਦੇ ਲਈ ਉਹਨੂੰ ਅਪਲਾਈ ਕਰਕੇ ਸਰਟੀਫਾਈ ਕਰਾਉਣਾ ਪਊਗਾ, ਔਰ ਇਸ ਤੋਂ ਬਾਅਦ ਗਲੋਬਲੀ ਉਹ ਜਿਹੜੀ ਆਰਗੇਨਾਈਜੇਸ਼ਨ ਉਹ ਰੈਕੋਗਨਾਈਜ਼ਡ ਹੋਏਗੀ। ਕਸਟਮਰਸ ਨੂੰ ਉਹਦੇ ਤੇ ਫੇਥ ਹੋਏਗਾ ਕਿ ਇਹ ਜਿਹੜੀ ਕੰਪਨੀ ਹੈਗੀ, ਜਿਹਦੇ ਕੋਲ ਇਹ ਸਰਟੀਫਿਕੇਸ਼ਨ ਹੈਗੀ ਆ, ਇਹ ਸਿਸਟਮ ਦੇ ਵਿੱਚ ਕੰਮ ਕਰਦੀ ਪਈ। ਕਿਉਂਕਿ ਸਿਸਟਮ ਦੇ ਵਿੱਚ ਕੰਮ ਕਰਦੀ ਪਈ ਹੈ, ਇਸ ਕਰਕੇ ਉਹਦੇ ਕੋਲ ਹਮੇਸ਼ਾ ਕੁਆਲਿਟੀ ਪ੍ਰੋਡਕਟ ਹੀ ਡਿਲੀਵਰ ਹੋਏਗਾ। ਫੇਥ ਆ ਜਾਂਦਾ ਇੱਕ ISO ਆਪਾਂ ਲੈਂਦੇ ਆ। ਮੇਰੇ ਖਿਆਲ 'ਚ ਮੈਂ ਕਾਫੀ ਜ਼ਿਆਦਾ ਐਕਸਪਲੇਨ ਕੀਤਾ ਕੁਆਲਿਟੀ ਮੈਨੇਜਮੈਂਟ ਸਿਸਟਮ ਨੂੰ, 3 ਪਾਰਟਸ ਦੇ ਵਿੱਚ ਮੈਂ ਲੈ ਕੇ ਗਿਆ। ਜਿੰਨੇ ਵੀ ਪੁਆਇੰਟ ਲਗਭਗ ਹੈਗੇ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ, ਮੈਂ 3 ਪਾਰਟਸ ਦੇ ਵਿੱਚ ਐਕਸਪਲੇਨ ਕਰ ਦਿੱਤੇ ਆ। ਮੇਰੇ ਮੁਤਾਬਕ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਏਗਾ। ਕੁਆਲਿਟੀ ਮੈਨੇਜਮੈਂਟ ਸਿਸਟਮ ਪੈਰਾਮੀਟਰ ਅੱਜ ਅਸੀਂ ਇੱਥੇ ਖਤਮ ਕਰਦੇ ਹਾਂ। ਥੈਂਕ ਯੂ ਵੈਰੀ ਮਚ।